10 ਵਜੇ ਦਰਸ਼ਕਾਂ ਲਈ ਸਾਂਭ ਸੰਭਾਲ ਇੱਕ ਵਾਰ ਫਿਰ ਲੈ ਕੇ ਆਏ ਹਾਂ। ਅਸੀਂ ਤਕਰੀਬਨ ਅਲੱਗ-ਅਲੱਗ ਟੌਪਿਕਸ ਲੈਣੇ ਪਏ ਆ ਇਸ ਸਾਂਭ ਸੰਭਾਲ ਵਿੱਚ, ਜਿਹਦੇ ਵਿੱਚ ਕਿ ਕਾਉਂਸਲਰਸ ਵੀ ਹੁੰਦੇ ਨੇ ਸਾਡੇ ਨਾਲ ਆਪਣੇ ਵਾਰਡਸ ਵਾਸਤੇ, ਔਰ ਐਜੂਕੇਸ਼ਨ ਡਿਪਾਰਟਮੈਂਟ 'ਤੇ ਵੀ ਕਾਫੀ ਅਸੀਂ ਜ਼ੋਰ ਲਗਾਉਂਦੇ ਪਏ ਹਾਂ। ਅੱਜ ਸਾਡੇ ਨਾਲ ਹੈਗੇ ਨੇ ਡਾਕਟਰ ਮਿਸਿਸ ਮਨਪ੍ਰੀਤ, ਜਿਹੜੇ ਕਿ ਐਕਸ ਪ੍ਰਿੰਸੀਪਲ ਨੇ ਖਾਲਸਾ ਕਾਲਜ ਫॉर ਵੂਮਨ ਦੇ। ਐਜੂਕੇਸ਼ਨ ਇਹਨਾਂ ਤੋਂ ਜ਼ਿਆਦਾ ਕੌਣ ਸਮਝਾ ਸਕੇਗਾ ਸਾਨੂੰ। ਵੈਲਕਮ ਟੂ ਦ ਸਟੂਡੀਓ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਟਾਰਟਿੰਗ ਵਿੱਚ ਇਹ ਚੀਜ਼ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਐਜੂਕੇਸ਼ਨ ਦਾ ਮਤਲਬ ਕੀ ਹੈ। ਵਟ ਡੂ ਵੀ ਮੀਨ ਸਜੈਸਟ ਟੂ ਪੀਪਲ ਔਰ ਵਟ ਵੀ ਗੈਟ ਆਊਟ ਆਫ ਇਟ, ਕਿ ਵੀ ਅਸੀਂ ਐਜੂਕੇਸ਼ਨ ਕਾਹਦੇ ਲਈ। ਐਜੂਕੇਸ਼ਨ ਦਾ ਮਤਲਬ ਇਹ ਹੈ ਕਿ ਆਈ ਵਾਜ਼ ਬੋਰਨ ਇਨਟੂ ਅ ਫੈਮਿਲੀ ਜਿੱਥੇ ਐਜੂਕੇਸ਼ਨ ਦੀ ਗੁੜਤੀ ਮਿਲੀ ਹੋਈ ਹੈ ਸਾਨੂੰ। ਸੋ ਔਰ ਪਰ ਇਹਦਾ ਜਿਹੜੀ ਮਤਲਬ ਹੈ, ਜਿਹੜਾ ਸਮਝ ਆਉਂਦੀ ਹੈ, ਉਹ ਟਾਈਮ ਦੇ ਨਾਲ ਗ੍ਰੈਜੂਅਲੀ ਆਉਂਦੀ ਹੈ। ਇੱਕਦਮ ਨਹੀਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਐਜੂਕੇਸ਼ਨ ਦਾ ਮਤਲਬ ਕੀ ਹੈ। ਪਹਿਲੇ ਸੀਗਾ ਐਜੂਕੇਸ਼ਨ ਦਾ ਮਤਲਬ ਇਹ ਹੈਗਾ ਕਿ ਸਕੂਲ 'ਚ ਦਾਖਲ ਹੋਣਾ ਹੈ, ਕਾਲਜ 'ਚ ਜਾਣਾ ਹੈ, ਯੂਨੀਵਰਸਿਟੀ 'ਚ ਜਾਣਾ ਹੈ, ਅੱਗੋਂ ਪੜ੍ਹਨਾ ਹੈ, ਕੈਰੀਅਰ ਬਣਨਾ ਹੈ। ਬਟ ਐਟ ਦਿਸ ਸਟੇਜ ਮੈਨੂੰ ਰਿਅਲਾਈਜ਼ ਹੋਇਆ ਕਿ ਅਸੀਂ ਆਪਣੇ ਘਰਦਿਆਂ ਦਾ ਦੇਣਾ ਦੇ ਨਹੀਂ ਸਕਦੇ, ਸਮਾਜ ਦਾ ਵੀ ਦੇਣਾ ਦੇ ਨਹੀਂ ਸਕਦੇ, ਕਿਉਂਕਿ ਐਜੂਕੇਸ਼ਨ ਜਿਹੜੀ ਆ ਉਹ ਪਰਿਵਾਰ ਨੇ ਵੀ ਕਰਨੀ ਹੈ, ਉਹ ਇੰਸਟੀਟਿਊਟ ਨੇ ਵੀ ਕਰਨੀ ਹੈ, ਉਹ ਸਮਾਜ ਨੇ ਵੀ ਕਰਨੀ ਹੈ। ਸੋ ਐਜੂਕੇਸ਼ਨ ਦਾ ਬੇਸਿਕ ਜਿਹੜਾ ਮੀਨਿੰਗ ਹੈ ਦੈਟ ਇਜ਼ ਐਮਪਾਵਰਮੈਂਟ। ਐਂਡ ਉਹ ਐਮਪਾਵਰਮੈਂਟ ਕਿਹਦੀ ਹੈਗੀ ਆ? ਉਹ ਹੈਗੀ ਹਾਰਟ ਐਂਡ ਬਾਡੀ, ਮਾਈਂਡ ਐਂਡ ਸੋਲ ਦਾ ਇੱਕ ਬੜਾ ਬੈਲੈਂਸਡ ਜਿਹੜਾ ਕੰਬੀਨੇਸ਼ਨ ਹੈ ਉਹ ਹੋਣਾ ਚਾਹੀਦਾ। ਕੋਈ ਵੀ ਐਕਸੈਸ 'ਚ ਨਾ ਹੋਏ, ਕੋਈ ਵੀ ਲੋ ਨਾ ਹੋਏ, ਕੋਈ ਫੀਲ ਗੁੱਡ ਫੈਕਟਰ ਹੋਣਾ ਚਾਹੀਦਾ। ਐਂਡ ਯੂ ਸ਼ੁੱਡ ਫੀਲ ਇਨਲਾਈਟਨਡ। ਉਹਦਾ ਇਹ ਪੈਰਾਮੀਟਰ ਬਿਲਕੁਲ ਨਹੀਂ ਹੈਗਾ ਕਿ ਤੁਸੀਂ ਪੈਸਾ ਕਿੰਨਾ ਕੁ ਕਮਾ ਰਹੇ ਹੋ, ਤੁਹਾਡਾ ਸਮਾਜ ਵਿੱਚ ਨਾਮ ਕਿੰਨਾ ਕੁ ਹੈ, ਪਰ ਇਹ ਜ਼ਰੂਰ ਫੈਕਟਰ ਹੈਗਾ ਕਿ ਜਿਹੜੀ ਮੈਨੂੰ ਹਿਊਮਨ ਲਾਈਫ ਮਿਲੀ ਹੈ ਉਹਦੇ 'ਚ ਮੈਂ ਆਪ ਵੀ ਇਨਲਾਈਟਨਮੈਂਟ ਆਪਣੇ ਆਪ ਨੂੰ ਵੀ ਕਰਵਾਇਆ, ਔਰ ਅੱਗੋਂ ਇਹ ਜਿਹੜੀ ਰੋਸ਼ਨੀ ਹੈ, ਇਹ ਜਿਹੜੀ ਕੈਂਡਲ ਦੀ ਇੱਕ ਰੋਸ਼ਨੀ ਹੈ, ਉਹ ਅੱਗੋਂ ਵੀ ਕਈ ਦਿਮਾਗ, ਕਈ ਹਾਰਟ ਉਹਦੇ ਨਾਲ ਰੁਸ਼ਨਾਏ, ਤਾਂ ਕਿ ਜ਼ਿੰਦਗੀ ਨੂੰ ਸਮਝਿਆ ਜਾਏ ਔਰ ਜ਼ਿੰਦਗੀ ਅੱਗੇ ਇੱਕ ਮਿਸ਼ਨ ਦੇ ਨਾਲ, ਹਿਊਮਨ ਮਿਸ਼ਨ ਦੇ ਨਾਲ ਚੱਲਦੀ ਜਾਏ। that is what education to me is। ਔਰ ਇੱਕ ਗੁਰੂ ਨਾਨਕ ਸਾਹਿਬ ਦੀ ਲਾਈਨ ਵੀ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਮੇਰੇ ਖਿਆਲ ਉਹ ਲਾਈਨ ਹੀ ਇੱਕ ਸਫੀਸ਼ੀਐਂਟ ਹੈ ਐਜੂਕੇਸ਼ਨ ਦੇ ਮਤਲਬ ਨੂੰ ਸਮਝਾਉਣ ਲਈ, ਕਿ ਐਜੂਕੇਸ਼ਨ ਮੀਨਸ ਅਕੈਡਮਿਕਸ ਐਜ਼ ਵੈਲ ਐਜ਼ ਲਾਈਫ ਪ੍ਰੈਕਟੀਕਲੀ ਕਿਵੇਂ ਜੀਣੀ ਹੈ। that is what education is and this is what I feel education is। ਹੁਣ ਸਮਝ ਆ ਰਹੀ ਹੈ। and we are blessed to be educated both in the family and in the institutes, and we are blessed that we could serve society in institutes। और ਅੱਗੋਂ ਇਹ ਚੱਲਦਾ ਰਹੇਗਾ। ਐਜੂਕੇਸ਼ਨ ਨੂੰ ਤੁਸੀਂ ਸ਼ੇਅਰ ਕੀਤਾ। ਬਿਲਕੁਲ ਬਿਲਕੁਲ। ਐਜੂਕੇਸ਼ਨ ਨੌਲੇਜ ਵੀ ਹੈ, ਐਜੂਕੇਸ਼ਨ ਇਨਫੋਰਮੇਸ਼ਨ ਵੀ ਹੈ, ਐਜੂਕੇਸ਼ਨ ਲਾਸਟ ਆਫ ਆਲ ਵਿਜ਼ਡਮ ਹੈ, ਜਿਹੜੀ ਤੁਹਾਨੂੰ ਸਮਝ ਦੇ ਦਿੰਦੀ ਹੈ। ਦੈਟ ਇਜ਼ ਦ ਹਾਈਐਸਟ ਲੈਵਲ ਆਫ ਬੀਇੰਗ ਐਜੂਕੇਟਡ। ਨੈਕਸਟ ਜਿਹੜਾ ਅਸੀਂ ਸਟੈਪ ਲੈਣਾ ਚਾਹਾਂਗੇ ਇਹਦੇ ਵਿੱਚ, ਅਸੀਂ ਜਾਣਨਾ ਚਾਹਾਂਗੇ ਕਿ ਕਮਿਟਮੈਂਟਸ ਜਿਹੜੀਆਂ ਨੇ ਪੇਰੈਂਟਸ ਦੀਆਂ ਜਾਂ ਟੀਚਰਸ ਦੀਆਂ ਟੂਵਰਡਸ ਦ ਟੌਪਿਕਸ ਔਰ ਟੂਵਰਡਸ ਦ ਚਿਲਡਰਨ, ਉਹ ਕਿਸ ਤਰ੍ਹਾਂ ਚੱਲਣੀਆਂ ਚਾਹੀਦੀਆਂ ਨੇ। ਅਸੀਂ ਪਹਿਲਾਂ ਤਾਂ ਇਹੀ ਹੈਗਾ ਕਿ ਹਰ ਬੱਚੇ ਦਾ ਰਾਈਟ ਹੈ ਐਜੂਕੇਸ਼ਨ ਲੈਣਾ, ਫਾਰਮਲ ਐਜੂਕੇਸ਼ਨ ਲੈਣਾ ਹਰ ਬੱਚੇ ਦਾ ਰਾਈਟ ਹੈ। ਗਵਰਨਮੈਂਟ ਨੂੰ ਚਾਹੀਦਾ ਕਿ ਉਹ ਇਸ ਗੱਲ ਨੂੰ ਦੇਖੇ ਕਿ ਜਿੰਨੇ ਵੀ ਬੱਚੇ ਹੈਗੇ ਉਹ ਸਕੂਲ ਜਾਣ। ਪ੍ਰਾਇਮਰੀ ਤੱਕ ਫ੍ਰੀ ਐਜੂਕੇਸ਼ਨ ਵੀ ਹੋ ਸਕਦਾ ਹੋਵੇ ਵੀ ਫ੍ਰੀ ਐਜੂਕੇਸ਼ਨ, ਪਰ ਉਹਦਾ ਇੱਕ ਲੈਵਲ ਸੈੱਟ ਕਰਨਾ ਚਾਹੀਦਾ, ਕਿਉਂਕਿ ਉਹ ਬੜੀ ਇੰਪ੍ਰੈਸ਼ਨੇਬਲ ਏਜ ਹੈ। ਜੋ ਬੱਚੇ ਨੇ ਪ੍ਰਾਇਮਰੀ ਤੱਕ ਜਾਂ ਮਿਡਲ ਤੱਕ ਸਿੱਖ ਲਿਆ, ਉਹ ਵੈਲਿਊਜ਼ ਉਹਨੇ ਅੱਗੇ ਲੈ ਕੇ ਜਾਣੀਆਂ, ਹੈ ਨਾ। ਸੋ ਇਹ ਗਵਰਨਮੈਂਟ ਨੂੰ ਬੜਾ ਸਟ੍ਰਿਕਟਲੀ ਵੇਖਣਾ ਚਾਹੀਦਾ, ਵਾਚ ਕਰਨਾ ਚਾਹੀਦਾ। ਜਾਂ ਮੈਂ ਸੋਚਦੀ ਹੁੰਦੀ ਕਿ ਹਰ ਕੰਮ ਗਵਰਨਮੈਂਟ ਹੀ ਕਿਉਂ ਕਰੇ, ਇਹ ਘਰਦਿਆਂ ਨੂੰ ਵੀ ਵੇਖਣਾ ਚਾਹੀਦਾ। ਇਹ ਟੀਚਰਸ ਦੀ ਵੀ ਕਮਿਟਮੈਂਟ ਹੈ, ਪ੍ਰਿੰਸੀਪਲਸ ਦੀ ਵੀ ਕਮਿਟਮੈਂਟ ਹੈ, ਹੈਡਮਾਸਟਰਸ ਦੀ ਵੀ ਕਮਿਟਮੈਂਟ ਹੈ ਕਿ ਜੋ ਇੰਸਟੀਟਿਊਟ ਦਾ ਮੈਂ ਹੈੱਡ ਹਾਂ ਜਾਂ ਜਿੱਥੇ ਮੈਨੂੰ ਡਿਊਟੀ ਮਿਲੀ ਹੈ ਬੱਚਿਆਂ ਨੂੰ ਪੜ੍ਹਾਉਣ ਦੀ, ਮੈਂ ਉਹਦੇ ਨਾਲ ਜਸਟਿਸ ਕਰ ਰਿਹਾ, ਮੈਂ ਬੱਚਿਆਂ ਨੂੰ ਚੰਗੀਆਂ ਵੈਲਿਊਜ਼ ਦੇ ਰਿਹਾ, ਮੈਂ ਬੱਚਿਆਂ ਨੂੰ ਜੋ ਵੀ ਸਿਖਾ ਰਿਹਾ, ਕਿਤਾਬਾਂ 'ਚੋਂ ਪੜ੍ਹਾ ਰਿਹਾ, ਉਹਦੀ ਅਸੈਂਸ ਉਹਨਾਂ ਤੱਕ ਪਹੁੰਚ ਰਹੀ ਹੈ ਕਿ ਸਿਰਫ ਅਸੀਂ ਉਹਨਾਂ ਨੂੰ ਇਸ ਹਿਸਟਰੀ, ਫੋਰ ਐਗਜ਼ਾਮਪਲ ਹਿਸਟਰੀ ਹੈ, ਉਹਦੇ 'ਚ ਅਸੀਂ ਇਹ ਦੱਸ ਦਈਏ ਕਿ ਫਲਾਣੇ ਕਿੰਗ ਨੇ ਬੜੀਆਂ ਲੜਾਈਆਂ ਲੜੀਆਂ। ਉਹ ਲੜਾਈਆਂ ਵਾਲਾ ਕੌਨਸੈਪਟ ਤੇ ਉਹਨੂੰ ਸਮਝ ਆ ਜਾਊਗਾ, ਪਰ ਉਹਦੀ ਇਹ ਵੀ ਪਤਾ ਹੋਣਾ ਚਾਹੀਦਾ ਕਿ ਇਹ ਚਲੋ ਲੜੀਆਂ ਉਸ ਵੇਲੇ ਟਾਈਮ ਦੀ ਡਿਮਾਂਡ ਸੀ। ਜ਼ਰੂਰੀ ਨਹੀਂ ਹੈ ਕਿ ਹਰ ਵੇਲੇ ਉਹੋ ਜਿਹੀ ਤੁਸੀਂ ਹੀਰੋ ਬਣਨਾ, ਤੁਸੀਂ ਹੋਰ ਕੀ ਤਰੀਕੇ ਲੱਭਣੇ ਨੇ ਸੋਸਾਇਟੀ ਦੀਆਂ ਇੰਨੀਆਂ ਕੌਨਫਲਿਕਟਸ ਨੂੰ ਰਿਜ਼ੋਲਵ ਕਰਨ ਦੇ। ਪਰ ਅਗਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਅਗਰ ਟੀਚਰ ਚਾਹੇ
ਤੇ ਸਮਾਜ ਨੂੰ ਬਦਲ ਦਿੰਦਾ। ਉਹ ਕਹਿੰਦੇ ਇਟ ਇਜ਼ ਇਨ ਦ ਟੀਚਰਸ ਹੈਂਡ ਟੂ ਮੇਕ ਔਰ ਮਾਰ ਦ ਸੋਸਾਇਟੀ। ਤੇ ਮੈਂ ਕਹਿੰਦੀ ਹੁੰਨੀ ਫਿਰ ਜਿਹੜੇ ਇੰਨੇ ਲੋਕੀ ਗਲਤ ਕੰਮ ਕਰਦੇ, ਇਹਦਾ ਮਤਲਬ ਕ੍ਰੈਡਿਟ ਸਾਰਾ ਜਾਂ ਟੀਚਰਸ ਨੂੰ ਜਾ ਰਿਹਾ ਜਾਂ ਘਰਦਿਆਂ ਨੂੰ ਜਾ ਰਿਹਾ। ਇਹਦਾ ਮਤਲਬ ਕਿਤੇ ਨਾ ਕਿਤੇ ਆਪਾਂ ਸਾਰੇ ਫਾਲਟ ਤੇ ਹੈਗੇ ਆ। ਮੈਂ ਕਾਲਜ ਵੀ ਪ੍ਰਿੰਸੀਪਲ ਸੀ, ਟੀਚਰ ਵੀ ਸੀ, ਉੱਥੇ ਮੈਨੂੰ ਆ ਕੇ ਸ਼ਿਕਾਇਤ ਕਰਦੇ ਹੁੰਦੇ ਸੀ ਪੈਰੈਂਟਸ ਜਾਂ ਟੀਚਰਸ, ਆ ਪੜ੍ਹਦੀ ਨਹੀਂ। ਮੈਂ ਕਹਿੰਦੀ ਸੀ ਕਿ ਤੁਸੀਂ ਜ਼ਿੰਮੇਵਾਰ ਹੋ, ਮੇਰੀ ਕਲਾਸ 'ਚ 100% ਅਟੈਂਡੈਂਸ ਹੁੰਦੀ ਬੱਚਿਆਂ ਦੀ, ਕਿਉਂਕਿ ਉਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਸੀ ਲੱਗਦਾ, ਉਹਨਾਂ ਨੂੰ ਪਲੇਜ਼ਰ ਲੱਗਦਾ ਸੀ ਕਲਾਸ 'ਚ ਆਉਣਾ। ਸੋ ਅਗਰ ਟੀਚਰਸ ਇਹ ਸੋਚ ਲੈਣ ਕਿ ਜੋ ਕਿਤਾਬਾਂ ਦੇ ਵਿੱਚ ਉਹਨਾਂ ਦਾ ਅਸੈਂਸ ਹੈ ਪਹੁੰਚਣਾ ਚਾਹੀਦਾ ਬੱਚਿਆਂ ਤੱਕ, ਉਹ ਪਹੁੰਚਾ ਦੇਣ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਨਪੜ੍ਹ ਰਹਿ ਜਾਊਗਾ। ਅਨਪੜ੍ਹ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਕੋਲ ਡਿਗਰੀ ਨਹੀਂ ਹੈ। ਅਨਪੜ੍ਹ ਦਾ ਮਤਲਬ ਕਿ ਉਹਦੀ ਲਰਨਿੰਗ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ ਡਿਗਰੀਜ਼ ਹੀ ਹੈ ਤੁਹਾਡੇ ਕੋਲ ਤੇ ਫੇਰ ਹੀ ਤੁਸੀਂ ਐਜੂਕੇਟਡ ਹੋ, ਹੈ ਨਾ। ਪਰ ਸਮਾਜ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹਦੇ 'ਚ ਉਹਨਾਂ ਨੂੰ ਸੈਂਸਿਟਿਵਿਟੀ ਹੋਵੇ, ਅਵੇਅਰਨੈਸ ਹੋਵੇ ਕਿ ਅਸੀਂ ਜ਼ਿੰਦਗੀ ਨੂੰ ਕਿਵੇਂ ਵਰਥ ਲਿਵਿੰਗ ਬਣਾਉਣਾ। ਉਹਦੇ ਨਾਲ ਕੋਈ ਪੈਸਾ ਨਹੀਂ ਜੁੜਿਆ, ਉਹਦੇ ਨਾਲ ਕੋਈ ਡਿਗਰੀ ਨਹੀਂ ਜੁੜੀ, ਉਹਦੇ ਨਾਲ ਸਿਰਫ ਤੁਹਾਡੀ ਲਰਨਿੰਗ ਜੁੜੀ ਹੋਈ ਹੈ। ਔਰ ਜਿਹੜਾ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਮੇਨ ਮਕਸਦ ਜਿਹੜਾ ਹੈਗਾ ਐਜੂਕੇਸ਼ਨ ਦਾ, ਦੈਟ ਇਜ਼ ਗੈਟਿੰਗ ਵਿਜ਼ਡਮ। ਉਹਦੇ ਹਾਂ ਸਟੈਪਸ ਅਲੱਗ-ਅਲੱਗ ਹੈਗੇ ਨੇ, ਪਰ ਵਾਈਜ਼ ਹੋਣਾ। ਵਾਈਜ਼ ਦਾ ਮਤਲਬ ਕਦੇ ਵੀ ਇਹ ਨਹੀਂ ਹੈ ਕਿ ਪਰਫੈਕਟ ਹੋ ਜਾਣਾ, ਪਰਫੈਕਟ ਕੋਈ ਨਹੀਂ ਹੈ, ਪਰ ਆਪਣੇ ਆਪ ਨੂੰ ਐਕਸੈਪਟ ਕਰਨਾ ਤੇ ਜਿਹੜੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਉਹਨੂੰ ਚੰਗੀ ਤਰ੍ਹਾਂ ਕਿਵੇਂ ਇਵੋਲਵ ਕਰਨਾ, ਉਹ ਟੀਚਰ ਦੇ ਹੱਥ 'ਚ ਹੈ। ਤੇ ਪੈਰੈਂਟਸ ਦੀ ਇਹ ਡਿਊਟੀ ਬਣਦੀ ਹੈ ਕਿ ਹਰ ਵੇਲੇ ਜਦੋਂ ਕਹਿੰਦੇ ਬੱਚਿਆਂ, ਆਈ ਰਿਮੈਂਬਰ ਵੈਨ ਮਾਈ ਸਨ ਵਾਜ਼ ਸਮੌਲ, ਤੇ ਉਹ ਸਕੂਲ ਜਾਂਦਾ ਸੀ ਤੇ ਇੱਕ ਦਿਨ ਮੈਨੂੰ ਆ ਕੇ 8ਵੀਂ ਕਲਾਸ 'ਚ ਕਹਿੰਦਾ ਕਿ ਮਾਮਾ ਅੱਜ ਟੀਚਰ ਨੇ ਪੁੱਛਿਆ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ। ਕਿਸੇ ਨੇ ਕਿਹਾ ਡਾਕਟਰ ਬਣਨਾ, ਕਿਸੇ ਨੇ ਕਿਹਾ ਇੰਜੀਨੀਅਰ ਬਣਨਾ, ਤੇ ਮੈਨੂੰ ਕਹਿੰਦੇ ਤੂੰ ਕੀ ਬਣਨਾ। ਕਹਿੰਦਾ ਮੈਂ ਹਾਲੇ ਸੋਚਿਆ ਨਹੀਂ। ਤੇ ਉਹ ਕਹਿੰਦੀ ਤੇਰੀ ਮਾਮਾ ਤਾਂ ਟੀਚਰ ਹੈ, ਉਹਨੇ ਤੈਨੂੰ ਇਹ ਨਹੀਂ ਦੱਸਿਆ ਤੂੰ ਕੀ ਬਣਨਾ। ਮੈਂ ਕਿਹਾ ਬੇਟਾ ਮੈਨੂੰ ਨਹੀਂ ਪਤਾ ਤੂੰ ਕੀ ਬਣਨਾ, ਪਰ ਮੈਨੂੰ ਇਹ ਪਤਾ ਕਿ ਤੂੰ ਇੱਕ ਅੱਛਾ ਹਿਊਮਨ ਬੀਇੰਗ ਬਣਨਾ, ਬਾਕੀ ਸਭ ਆਪੇ ਝੋਲੀ 'ਚ ਪੈ ਜਾਂਦਾ। ਤੂੰ ਅੱਛਾ ਹਿਊਮਨ ਬੀਇੰਗ ਬਣ ਔਰ ਮਿਹਨਤ ਕਰ ਔਰ ਆਪਣੀ ਨਿਸ਼ਠਾ ਜਿਹੜੀ ਆ ਉਹ ਠੀਕ ਰੱਖ। ਬਾਕੀ ਤੂੰ ਖੇਡ, ਮੱਲ, ਹੱਸ, ਜ਼ਿੰਦਗੀ ਨੂੰ ਇੰਜੋਏ ਵੀ ਕਰ। ਸਿਰਫ ਕਿਤਾਬਾਂ 'ਚ ਹੀ ਖੁੱਬੇ ਰਹਿਣਾ ਲਰਨਿੰਗ ਨਹੀਂ ਹੈ, ਜ਼ਿੰਦਗੀ ਨੂੰ ਚਾਰੇ ਪਾਸਿਓਂ ਇੰਜੋਏ ਕਰਨਾ, ਦੈਟ ਇਜ਼ ਲਾਈਫ। ਐਂਡ ਹੀ ਇਜ਼ ਗ੍ਰੇਟਫੁਲ ਫॉर दैट ਕਿ ਤੁਸੀਂ ਮੈਨੂੰ ਕਦੇ ਫੋਰਸ ਨਹੀਂ ਕੀਤਾ ਕਿ ਤੂੰ ਡਾਕਟਰ ਬਣਨਾ ਕਿ ਇੰਜੀਨੀਅਰ ਬਣਨਾ। ਨਾਓ ਹੀ ਇਜ਼ ਵਿਦ ਦ ਬਿਊਰੋਕ੍ਰੇਸੀ, ਹੀ ਇਜ਼ ਇਨ ਸਿਵਲ ਸਰਵਿਸਿਜ਼ ਐਂਡ ਡੂਇੰਗ ਵੈਰੀ ਵੈਲ, ਬਟ ਮੈਂ ਤਾਂ ਉਹਨੂੰ ਕਦੇ ਇਹ ਵੀ ਨਹੀਂ ਸੀ ਕਿਹਾ ਕਿ ਤੂੰ ਸਿਵਲ ਸਰਵੈਂਟ ਬਣਨਾ। ਸੋ ਜੋ ਵੀ ਉਹਨੂੰ ਉਹਦੀ ਗਰੂਮਿੰਗ ਇੰਝ ਕੀਤੀ ਸੀ ਕਿ ਉਹ ਜ਼ਿੰਦਗੀ ਨੂੰ ਪਿਆਰ ਕਰੇ, ਕਿਤਾਬਾਂ ਨੂੰ ਪਿਆਰ ਕਰੇ ਤੇ ਅੱਗੇ ਵੱਧਦਾ ਜਾਏ, ਪਰ not at the cost of showing any disrespect or any proud or pride about anything. You have to be human, keep on living your life. ਇਸ ਇਹੀ ਹਿਊਮਨ ਲਾਈਫ ਹੈ। ਮੈਂ ਤਾਂ ਅਰਦਾਸ 'ਚੋਂ ਬੜਾ ਸਿੱਖਦੀ ਹੁੰਨੀ, ਬੱਚਿਆਂ ਨੂੰ ਵੀ ਕਹਿੰਦੀ ਕਿ ਤੁਹਾਨੂੰ ਅਰਦਾਸ 'ਚੋਂ ਹੀ ਐਜੂਕੇਸ਼ਨ ਮਿਲ ਜਾਂਦੀ ਹੈ। ਸਿੱਖਾਂ ਦਾ ਮਤਲਬ ਸਿੱਖਣ ਵਾਲਾ, ਲਰਨਰ। ਸਿੱਖੀਦਾਨ, ਕੇਸਦਾਨ, ਰਹਿਦਾਨ, ਵਿਵੇਕਦਾਨ, ਵਿਸਾਦਾਨ, ਭਰੋਸਾਦਾਨ, ਦਾਨਾ ਸਿਰਦਾਨ, ਨਾਮਦਾਨ। ਨਾਮਦਾਨ is knowing yourself and knowing life around you. That is what education is. ਸੋ ਇਹ ਮੋਟਿਵਸ ਨੂੰ ਅਚੀਵ ਕਰਨ ਵਿੱਚ ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕਰਦੇ ਪਏ ਹੋ, ਗਵਰਨਮੈਂਟ ਜਿਹੜੀ ਹੈ ਉਹਦੀ ਸਿੰਸੈਰਿਟੀ ਕਿੰਨੀ ਕੁ ਨਜ਼ਰ ਆਉਂਦੀ ਹੈ ਤੁਹਾਨੂੰ? ਗਵਰਨਮੈਂਟ ਦੀ ਸਿੰਸੈਰਿਟੀ ਮੈਂ ਅੱਜ ਹੀ ਸਵੇਰੇ ਸੁਣ ਰਹੀ ਸੀ, ਇੱਕ ਇੰਟਰੈਕਸ਼ਨ ਆ ਰਹੀ ਸੀਗੀ ਕਿ ਪੰਜਾਬ ਨੰਬਰ 1 ਆਇਆ ਐਜੂਕੇਸ਼ਨ 'ਚ। ਜੇ ਪੰਜਾਬ ਨੰਬਰ 1 ਆਇਆ ਹੈ ਐਜੂਕੇਸ਼ਨ ਦੇ ਪੈਰਾਮੀਟਰਸ 'ਚ, ਜੋ ਵੀ ਉਹਨਾਂ ਦੇ 70-80 ਪੈਰਾਮੀਟਰਸ ਸੀਗੇ, ਤੇ ਉਹਦੇ ਤੇ ਇੰਨੇ ਕੁਐਸਚਨਸ ਕਿਉਂ ਲੱਗ ਰਹੇ ਨੇ? ਜਿਹੜਾ ਆਇਆ ਜਦੋਂ ਤੁਹਾਡੇ ਤੇ ਇੰਨੇ ਸਾਰੇ ਕੁਐਸਚਨ ਮਾਰਕਸ ਲੱਗ ਰਹੇ ਨੇ ਔਰ ਹਰ ਕੋਈ ਕੁਐਸਚਨ ਮਾਰਕ ਲਾ ਰਿਹਾ, ਇਹਦਾ ਮਤਲਬ ਸਮਥਿੰਗ ਇਜ਼ not right at some level, ਹੈ ਨਾ। ਉਹਦੇ 'ਚ ਉਹ ਕਹਿ ਰਹੇ ਸੀ ਕਿ ਅਸੀਂ 70 ਪੈਰਾਮੀਟਰ ਪੂਰੇ ਕਰਦੇ ਹਾਂ ਇਨਫਰਾਸਟ੍ਰਕਚਰ ਦੇ। ਇਨਫਰਾਸਟ੍ਰਕਚਰ ਦੇਣਾ ਇਜ਼ ਨਾਟ ਦ ਓਨਲੀ ਕੰਸਰਨ। ਹੋਣੀ ਚਾਹੀਦੀ ਹੈ, ਜਦੋਂ ਤੁਸੀਂ ਜਾਓ ਤੁਹਾਨੂੰ ਚੰਗੀ ਬਹਿਣ ਨੂੰ ਜਗ੍ਹਾ ਮਿਲੇ, ਤੁਹਾਨੂੰ ਕਲਾਸਰੂਮ ਚੰਗਾ ਮਿਲੇ, ਤੁਹਾਨੂੰ ਕਿਤਾਬਾਂ ਮਿਲਣ, ਤੁਹਾਨੂੰ ਟੀਚਰ ਮਿਲੇ। ਉਹ ਇੱਕ ਇਕੱਲੀ ਕ੍ਰਾਈਟੀਰੀਅਨ ਨਹੀਂ ਹੈ ਐਜੂਕੇਸ਼ਨ ਦੀ। ਟੀਚਰਸ ਦੀ ਕਮਿਟਮੈਂਟ ਵੀ ਬਹੁਤ ਜ਼ਰੂਰੀ ਹੈ ਨਾ। ਤੇ ਕੁਆਲਿਟੀ ਐਜੂਕੇਸ਼ਨ ਆਪਾਂ ਦੇ ਨਹੀਂ ਰਹੇ। ਕੀ ਸਿਖਾ ਰਹੇ ਹਾਂ? ਮੈਨੂੰ ਤੇ ਕਈ ਵਾਰੀ ਇਹ ਵੀ ਸ਼ਰਮ ਆਉਂਦੀ ਹੁੰਦੀ ਕਿ ਉਹ ਤਬਕਾ, ਟੀਚਿੰਗ ਤਬਕਾ ਜਿਹੜਾ ਕਲਾਸਰੂਮ 'ਚ ਹੋਣਾ ਚਾਹੀਦਾ, ਉਹ ਸੜਕਾਂ ਤੇ ਹੈ। ਜਿਹੜਾ ਸੜਕਾਂ ਤੇ ਹੈ, ਉਹ ਸੜਕਾਂ ਜਦੋਂ ਕਾਲਜ ਜਾਂ ਸਕੂਲ ਆਊਗਾ ਵੀ ਉਹਨੇ ਉਹੀ ਗੱਲਾਂ ਕਰਨੀਆਂ,
ਉਹਨੇ ਬੈਠ ਕੇ ਕੋਈ ਸਕਾਲਰਲੀ ਗੱਲਾਂ ਨਹੀਂ ਕਰਨੀਆਂ, ਉਹਨੇ ਕੋਈ ਕਿਤਾਬ ਡਿਸਕਸ ਨਹੀਂ ਕਰਨੀ, ਉਹਨੇ ਪੋਲਿਟਿਕਸ ਹੀ ਡਿਸਕਸ ਕਰਨੀ ਹੈ। ਪੋਲਿਟਿਕਸ ਮਾੜੀ ਨਹੀਂ ਹੈ, ਪਰ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਉਹਦੇ ਨਾਲ ਜਸਟਿਸ ਜ਼ਰੂਰ ਕਰੋ, ਹੈ ਨਾ। ਕਿਉਂਕਿ ਮੈਂ ਪੜ੍ਹਾਇਆ, ਯੂਨੀਅਨ ਡਜ਼ ਵੰਡਰਫੁਲ ਥਿੰਗਸ, ਕਰਦੇ ਆ ਬੜੇ, ਉਹ ਆਪਣੇ ਗੋਲਸ ਅਚੀਵ ਕਰਦੇ, ਪਰ ਮੈਂ ਯੂਨੀਅਨ ਨੂੰ ਵੀ ਕਹਿੰਦੀ ਹੁੰਦੀ ਸੀ ਕਦੇ ਇਹਨਾਂ ਦੀ ਅਕਾਊਂਟੇਬਿਲਿਟੀ ਦੀ ਵੀ ਸਟ੍ਰਾਈਕ ਕਰ ਲਿਆ ਕਰੋ, ਵੀ ਤੁਸੀਂ ਇੱਥੇ ਜੇ 4 ਘੰਟੇ 10 ਘੰਟੇ ਆ ਕੇ ਸਟ੍ਰਾਈਕ ਕਰ ਸਕਦੇ ਹੋ ਤੇ ਇੰਨਾ ਟਾਈਮ ਤੁਸੀਂ ਕਦੇ ਬੱਚਿਆਂ ਨੂੰ ਐਕਸਟਰਾ ਦਿੱਤਾ, ਅੱਧਾ ਘੰਟਾ ਹੀ ਕਦੇ ਐਕਸਟਰਾ ਦੇ ਦਿਆ ਕਰੋ। ਤੁਹਾਡੇ ਹਮੇਸ਼ਾ ਤਿਆਰ ਰਹਿੰਦੇ ਹੋ ਕਿ ਟਾਈਮ ਹੋ ਗਿਆ ਚਲੋ ਘਰ, ਟਾਈਮ ਹੋ ਗਿਆ ਚਲੋ ਕਲਾਸ 'ਚ। ਇਜ਼ ਦੈਟ ਡੂਇੰਗ ਜਸਟਿਸ ਟੂ ਦ ਸੋਸਾਇਟੀ ਔਰ ਟੂ ਦ ਸਟੂਡੈਂਟਸ? ਨਹੀਂ, ਹੈ ਨਾ। ਯੂਨੀਅਨਸ ਨੂੰ ਸਾਨੂੰ ਆਪਣੀਆਂ ਰਿਕੁਆਇਰਮੈਂਟਸ ਦਾ ਪਤਾ ਹੈ, ਮਟੀਰੀਅਲ, ਕਿ ਟੀਚਰਸ ਨੂੰ ਆ ਚਾਹੀਦਾ, ਡਾਕਟਰਸ ਨੂੰ ਆ ਚਾਹੀਦਾ, ਪੋਲੀਟੀਸ਼ੀਅਨਸ ਨੂੰ ਆ ਚਾਹੀਦਾ, ਸਭ ਨੂੰ ਆ ਚਾਹੀਦਾ। ਕਿਸੇ ਨੂੰ ਇਹ ਨਹੀਂ ਪਤਾ ਕਿ ਮੇਰੀਆਂ ਡਿਊਟੀਜ਼ ਕੀ ਨੇ, ਹੈ ਨਾ। ਅਗਰ ਉਹਨਾਂ ਦੋਵਾਂ ਨੂੰ ਮਿਲਾ ਲਿਆ ਜਾਏ ਤੇ ਮੈਨੂੰ ਲੱਗਦਾ ਹੁੰਦਾ ਕਿ ਅਗਰ ਤੁਸੀਂ ਸਿੰਸੀਅਰ ਹੋ ਆਪਣੀ ਜੌਬ ਲਈ ਤੇ ਬਾਕੀ ਕੁਝ ਪਰਮਾਤਮਾ ਦੀ ਮਿਹਰ ਨਾਲ ਆਪੇ ਝੋਲੀ 'ਚ ਪਈ ਜਾਂਦਾ। ਉਹ ਨਹੀਂ ਵੀ ਪਊਗਾ ਕਿਹੜੀ ਜ਼ਿੰਦਗੀ ਦੀ ਖਤਮ ਥੋੜਾ ਹੋ ਜਾਣੀ, ਥੋੜਾ ਘੱਟ ਮਿਲ ਜੂਗਾ, ਥੋੜਾ ਜ਼ਿਆਦਾ ਮਿਲ ਜੂਗਾ, ਬਟ ਜਿਹੜਾ ਪ੍ਰੋਫੈਸ਼ਨਲ ਜਸਟਿਸ ਹੈ ਉਹ ਤਾਂ ਬੱਚਿਆਂ ਨਾਲ ਕਰਨਾ ਚਾਹੀਦਾ। ਔਰ ਸਭ ਤੋਂ ਜ਼ਿਆਦਾ ਅਗਰ ਸਮਾਜ ਦਾ ਬੁਰਾ ਹਾਲ ਹੈਗਾ, ਮੈਂ ਬਾਰ-ਬਾਰ ਕਹਿੰਦੀ ਕਿ ਉਹਦੇ ਲਈ ਜ਼ਿੰਮੇਵਾਰ ਜਾਂ ਪੈਰੈਂਟਸ ਨੇ ਜਾਂ ਟੀਚਰਸ ਨੇ। ਦਿਸ ਇਜ਼ ਮਾਈ ਕੰਕਲੂਜਨ। ਮੇ ਬੀ ਉਹਦੇ 'ਚ ਹੋਰ ਐਡੀਸ਼ਨਸ ਹੋ ਸਕਦੀਆਂ ਨੇ, ਬਟ ਵੀ ਆਰ ਸਮਵੇਅਰ ਲੈਕਿੰਗ in so many things. ਸੋ ਇੱਕ ਤੇ ਕੋਵਿਡ ਦੇ ਦੌਰਾਨ ਜਿਹੜੀ ਨਵੀਂ ਚੀਜ਼ ਤਕਰੀਬਨ ਸਾਰਿਆਂ ਨੂੰ ਦੇਖਣ ਨੂੰ ਮਿਲੀ ਉਹ ਸੀਗੀ ਆਨਲਾਈਨ ਪੜ੍ਹਾਈ ਐਂਡ ਵਾਟਐਵਰ, ਹੈ ਨਾ, ਕਲਾਸਿਸ। ਸੋ ਇਹਦੇ 'ਚ ਅਸੀਂ ਪਹਿਲੇ ਵੀ ਡਿਸਕਸ ਕਰ ਚੁੱਕੇ ਹਾਂ, ਹੋਰ ਜੋ ਡਿਪਾਰਟਮੈਂਟ ਤੋਂ ਸਾਡੇ ਕੋਲ ਇੱਥੇ ਆਉਂਦੇ ਨੇ। ਕੰਪੈਰੀਜ਼ਨ ਜਿਹੜਾ ਅਸੀਂ ਕਰਦੇ ਹਾਂ ਆਨਲਾਈਨ ਔਰ ਆਫਲਾਈਨ ਦਾ, ਐਵਰੀਬਡੀ ਸੇਜ਼ ਕਿ ਠੀਕ ਹੈ ਆਨਲਾਈਨ ਜਿਹੜਾ ਹੈ ਉਹ ਆਪਣੀ ਜਗ੍ਹਾ ਹੈ, ਬਟ ਆਫਲਾਈਨ ਜਿਹੜੀ ਹੈ ਉਹ ਜ਼ਿਆਦਾ ਵਧੀਆ ਹੈ ਔਰ ਇੱਕ ਇੰਟਰੈਕਸ਼ਨ ਰਹਿੰਦੀ ਹੈ ਨਾਲ। ਪੈਰਲਲ ਅਗਰ ਕੰਪੇਅਰ ਕਰੀਏ ਅਸੀਂ ਇਹ ਦੋਵਾਂ ਨੂੰ, ਆਨਲਾਈਨ ਔਰ ਆਫਲਾਈਨ ਦੇ ਵਿੱਚ ਡਿਫਰੈਂਸ ਤਾਂ ਹੈ ਔਰ ਬਹੁਤ ਜ਼ਿਆਦਾ ਡਿਫਰੈਂਸ ਹੈ, ਲੇਕਿਨ ਅਚੀਵ ਕਰਨ ਵਾਸਤੇ ਆਪਾਂ ਜਿੱਥੇ ਪਹੁੰਚਣਾ ਹੈ ਸਟੂਡੈਂਟ ਨੇ, ਜਾਂ ਜੋ ਇੱਕ ਗੋਲ ਲੈ ਕੇ ਉਹ ਚੱਲ ਰਿਹਾ ਹੈ, ਤੁਸੀਂ ਸੁਜੈਸਟ ਕੀ ਕਰੋਗੇ? ਬਿਕੋਜ਼ ਜ਼ਰੂਰੀ ਦੋਨਾਂ 'ਚੋਂ ਇੱਕ ਚੀਜ਼ ਹੈ, ਦੋਵੇਂ ਜ਼ਰੂਰੀਆਂ ਨਹੀਂ ਹੋ ਸਕਦੀਆਂ ਨੇ। ਆਨਲਾਈਨ ਦਾ ਵੀ ਆਰ ਨਾਟ ਯੂਜ਼ਡ ਟੂ ਇਟ ਇਨ ਇੰਡੀਆ, ਹੈ ਨਾ। ਅਤੇ ਹਾਲੇ ਸਾਡੇ ਕੋਲ ਟੀਚਿੰਗ ਤਬਕਾ ਉਹ ਹੈਗਾ ਜਿਹੜਾ ਆਪ ਹੀ ਨਹੀਂ ਫੈਮੀਲੀਅਰ ਹੈਗਾ ਇਹਨਾਂ ਟੈਕਨੀਕਸ ਨਾਲ। ਦੇ ਆਰ ਡਿਪੈਂਡੈਂਟ ਔਨ ਅਦਰਸ, ਨੰਬਰ 1। ਨੰਬਰ 2, ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਫੇਸ ਟੂ ਫੇਸ ਹੋ ਕੇ ਕਿਸੇ ਨੂੰ ਪੜ੍ਹਾਉਣਾ ਜਾਂ ਗੱਲਬਾਤ ਕਰਨੀ ਉਹਦਾ ਮਜ਼ਾ ਹੀ ਆਪਣਾ ਹੁੰਦਾ। ਹੁਣ ਟੀਚਰਸ ਲੈਂਦੇ ਤੇ ਸੀਗੇ ਆਨਲਾਈਨ ਕਲਾਸਿਸ, ਪਰ ਨਾ ਟੀਚਰਸ ਦੀ ਸਿੰਸੀਅਰਿਟੀ ਸੀ ਨਾ ਬੱਚਿਆਂ ਦੀ ਸਿੰਸੀਅਰਿਟੀ ਸੀ। ਬੱਚੇ ਵੀ ਲੱਗਦੇ ਸੀ ਠੀਕ ਹੈ ਉਹ ਮਿਊਟ ਕਰ ਛੱਡੋ, ਕੋਈ ਗੱਲ ਨਹੀਂ, ਟੀਚਰ ਬੋਲਦਾ। ਜਦੋਂ ਪੁੱਛੋ ਵੀ ਪੇਪਰ ਆ ਗਏ ਮੈਡਮ ਮੈਨੂੰ ਨੋਟਸ ਭੇਜ ਦਿਓ, ਜਾਂ ਟੀਚਰਸ ਜਿਹੜੇ ਨੇ ਰਿਕਾਰਡਿੰਗ ਕਰਕੇ ਭੇਜਦੇ। ਕਿਸੇ ਵੀ ਟੀਚਰ ਦੇ ਕੋਲ ਇੱਕ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਸੀ ਉਹ ਚੰਗੀ ਸਕੀਮ ਹੈ ਇਨੋਵੇਸ਼ਨ ਦੀ, ਕਿ ਇਨੋਵੇਟਿਵ ਮੈਥਡਸ ਕੋਈ ਵੀ ਨਹੀਂ ਲੱਭਦਾ, ਸਿਰਫ ਇੱਕ ਗੁਜ਼ਾਰਾ ਜਿਹਾ ਹੋ ਰਿਹਾ ਪੜ੍ਹਾਈ ਦਾ ਵੀ, ਜਦੋਂ ਕਿ ਪੜ੍ਹਾਈ 'ਚ ਗੁਜ਼ਾਰਾ ਨਹੀਂ, ਉਹਦੇ ਲਈ ਤੁਹਾਨੂੰ ਟੋਟਲ 100% ਦੇ ਦੇਣਾ ਚਾਹੀਦਾ ਬੱਚਿਆਂ ਨੂੰ, ਹੈ ਨਾ, ਉਹ ਨਹੀਂ ਹੈਗੀ, ਹੈ ਨਾ। ਅਤੇ ਆਨਲਾਈਨ 'ਚ ਮਜ਼ਾ ਠੀਕ ਹੈ, ਉਹ ਪੈਰਾਮੀਟਰਸ। ਫਿਰ ਬੱਚੇ ਇਹ ਵੀ ਤਾਂ ਕਹਿੰਦੇ ਨਾ ਕਿ ਜੇ ਅਸੀਂ ਆਨਲਾਈਨ ਪੜ੍ਹੇ ਤਾਂ ਅਸੀਂ ਪੇਪਰ ਵੀ ਆਨਲਾਈਨ ਦੇਣੇ, ਕਿਉਂਕਿ ਉਹਨਾਂ ਦੇ ਪੱਲੇ ਕੁਝ ਹੈ ਹੀ ਨਹੀਂ, ਹੈ ਨਾ। ਆਫਲਾਈਨ ਦੇ ਵਿੱਚ ਇਹ ਆ ਕਿ ਅਕਾਊਂਟੇਬਿਲਿਟੀ ਟੀਚਰ ਦੀ ਵੀ ਹੈ ਅਤੇ ਬੱਚਿਆਂ ਦੀ ਵੀ। ਮੈਂ ਸਿੱਖਿਆ, ਮੈਂ ਦਿਖਾਉਣਾ। ਆਨਲਾਈਨ 'ਚ ਉਹ ਕੀ ਕਰਦੇ ਆ, ਭੇਜ ਦਿੰਦੇ ਆ ਨੋਟਸ, ਭੇਜ ਦਿੰਦੇ ਨਕਲ ਮਾਰ ਕੇ। ਮੈਂ ਤਾਂ ਨਕਲ ਦੇ ਵੀ ਬਹੁਤੀ ਖਿਲਾਫ ਨਹੀਂ ਹੈਗੀ ਕਿ ਅਗਰ ਓਪਨ ਬੁੱਕ ਸਿਸਟਮ ਹੀ ਐਗਜ਼ਾਮੀਨੇਸ਼ਨ ਹੋ ਜਾਏ, ਨਥਿੰਗ ਰੋਂਗ ਵਿਦ ਦੈਟ, ਕਿਉਂਕਿ ਜਿਹਨੇ ਕਿਤਾਬ ਪੜ੍ਹੀ ਹੋਊਗੀ ਉਹਨੂੰ ਹੀ ਪਤਾ ਹੋਊਗਾ ਨਾ ਕਿ ਆਹ ਸਵਾਲ ਕਿੱਥੇ ਹੈਗਾ, ਹੈ ਨਾ। ਔਰ 1-2 ਵਾਰੀ ਤੁਸੀਂ ਕਾਪੀ ਕਰਦੇ ਹੋ, ਆਪੇ ਤੁਹਾਡੇ ਦਿਮਾਗ 'ਚ ਰਿਟੈਂਸ਼ਨ ਸ਼ੁਰੂ ਹੋ ਜਾਂਦੀ, ਰਿਟੇਨ ਕਰਨਾ ਸ਼ੁਰੂ ਕਰ ਦਿੰਦਾ, ਥੋੜ੍ਹੀ ਲਰਨਿੰਗ ਤੇ ਹੋਏ। ਪਰ ਬਿਲਕੁਲ ਆਨਲਾਈਨ ਦੇ ਨਾਲ ਲਰਨਿੰਗ ਸੌਰੀ ਟੂ ਸੇ ਨਹੀਂ ਹੈ। ਔਰ ਇਹ ਵੀ ਦੇਖ ਲਓ ਕਿ ਸਾਲ ਹੋ ਗਿਆ, ਸਾਲ ਤੋਂ ਜ਼ਿਆਦਾ 1.5 ਸਾਲ ਹੋ ਗਿਆ, ਹਾਂ 1.5 ਸਾਲ ਹੋ ਗਿਆ ਇਸ ਆਨਲਾਈਨ ਲਰਨਿੰਗ ਨੂੰ। ਅਗਰ ਇਹ 6 ਮਹੀਨੇ ਹੋਰ ਚੱਲ ਜਾਂਦੀ ਹੈ ਤੇ ਕਿਸੇ ਬੱਚੇ ਨੇ ਆਫਲਾਈਨ ਮੋਡ 'ਚ ਮੁੜ ਕੇ ਆਉਣਾ ਹੀ ਨਹੀਂ। ਦੇ ਆਰ ਵੈਰੀ ਹੈਪੀ, ਵਿਹਲੇ ਬੈਠੇ। ਉਹਦੇ ਨਾਲ ਕੀ ਹੋ ਰਿਹਾ ਸੀ, ਯੂਥ ਨੂੰ ਵਿਹਲਾ ਬਣਾ ਰਹੇ, ਉਹਨਾਂ ਦੀ ਲਰਨਿੰਗ ਕੁਝ ਨਹੀਂ ਹੋ ਰਹੀ। ਔਰ ਉਹ ਜੋਬਸ ਦਾ ਤਾਂ ਭੁੱਲ ਹੀ ਜਾਓ, ਜੋਬਸ ਦਾ ਕੀ, ਉਹ ਆਪਣਾ ਕੰਮ ਵੀ ਨਹੀਂ ਕਰ ਸਕਣਗੇ, ਹੈ ਨਾ। ਅੱਜ ਕੱਲ੍ਹ ਵਟਸਐਪ 'ਤੇ ਇਹੋ ਜਿਹੇ ਜੋਕਸ ਵੀ ਬੜੇ ਆ ਰਹੇ ਨੇ ਕਿ ਆਨਲਾਈਨ ਲਰਨਿੰਗ ਦਾ ਕੀ ਨਤੀਜਾ ਹੋ ਰਿਹਾ। ਕੋਈ ਅਵੇਅਰਨੈਸ ਨਹੀਂ, ਕੋਈ ਲਰਨਿੰਗ ਨਹੀਂ, ਕੋਈ ਉਹਨਾਂ ਨੂੰ ਆਲੇ ਦੁਆਲੇ ਦਾ ਪਤਾ ਹੀ ਨਹੀਂ ਲੱਗ ਰਿਹਾ। ਬਸ ਉਹ ਇੱਕ ਟੈਲੀਫੋਨ ਦੇ ਨਾਲ ਲੱਗੇ ਰਹਿੰਦੇ ਆ। ਮੈਨੂੰ ਨਹੀਂ ਲੱਗਦਾ ਕਿ ਆਨਲਾਈਨ ਨਾਲ ਇੱਕ ਛੋਟੇ ਹੁੰਦੇ ਸੀ, ਵੀ ਹੈਡ ਅ ਲੈਸਨ ਇਨ ਦ ਬੁੱਕ, ਮੈਂ ਕਿਹਾ
ਜੇਡ ਦਾ ਸੀ ਕਿਸੇ ਦਾ, ਨਹੀਂ ਜੌਰਡ, ਸੀਐਮ ਜੌਰਡ ਸੀਗਾ ਉਹਦਾ ਸੀਗਾ। ਉਹਦੇ 'ਚ ਦੋ ਬੱਚੇ ਹੈਗੇ, ਉਹ ਇਕੱਠੇ ਹੁੰਦੇ, ਉਹਨਾਂ ਨੂੰ ਆਪਣੀ ਐਟਿਕ 'ਚ ਇੱਕ ਕਿਤਾਬ ਮਿਲਦੀ ਹੈ, ਦੈਟ ਇਜ਼ 50 years ਦੇ ਬਾਅਦ ਦੀ, ਤੇ ਉਹਨਾਂ ਨੂੰ ਕਿਤਾਬ ਮਿਲਦੀ ਹੈ ਤੇ ਉਹ ਆਪਣੇ ਕਲਾਸਰੂਮ 'ਚੋਂ, ਕਿਉਂਕਿ ਇੰਡੀਵਿਜੂਅਲ ਕਲਾਸਰੂਮ ਹੈ, ਉਹ ਦੋਵੇਂ ਫਰੈਂਡਸ ਬਾਹਰ ਮਿਲਦੇ, ਉਹ ਕਹਿੰਦਾ ਤੈਨੂੰ ਪਤਾ ਹੈ ਕੀ ਹੈ? ਕਹਿੰਦੀ ਹਾਂ ਮੇਰੇ ਗ੍ਰੈਂਡਪਾ ਨੇ ਦੱਸਿਆ, ਇਹਨੂੰ ਕਿਤਾਬ ਕਹਿੰਦੇ ਆ। ਉਹ ਕਹਿੰਦਾ ਅੱਛਾ ਇਹ ਕਿਤਾਬ ਹੈ, ਤੇ ਆ ਵਿੱਚ ਕੀ ਹੈ? ਉਹ ਕਹਿੰਦੀ ਹੈ ਇਹਨੂੰ ਰਾਈਟਿੰਗ ਕਹਿੰਦੇ ਨੇ, ਇਹਦਾ ਕੋਈ ਰਾਈਟਰ ਹੁੰਦਾ ਸੀ, ਉਹਨੇ ਲਿਖਿਆ ਹੋਇਆ। ਤੇ ਕਹਿੰਦੀ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਕਿਸੇ ਜ਼ਮਾਨੇ 'ਚ ਸਕੂਲ ਹੁੰਦੇ ਸੀਗੇ, ਉੱਥੇ ਬੱਚੇ ਇਕੱਠੇ ਬੈਠ ਕੇ ਪੜ੍ਹਦੇ ਸੀਗੇ, ਹੈ ਨਾ। ਤੇ ਉਹ ਕਹਿੰਦਾ ਫਿਰ ਤਾਂ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਹੋਣਾ। ਕਹਿੰਦੀ ਹਾਂ ਉਹ ਖਾਣਾ ਵੀ ਇਕੱਠੇ ਖਾਂਦੇ ਸੀ, ਉਹ ਸਿੱਖਦੇ ਵੀ ਇਕੱਠੇ ਸੀਗੇ। ਤੇ ਉਹ ਜਦੋਂ ਕਹਾਣੀ ਖਤਮ ਹੋਣ ਲੱਗਦੀ ਤੇ ਅੰਦਰੋਂ ਆਵਾਜ਼ ਆ ਜਾਂਦੀ, ਤੁਹਾਡਾ ਟੀਚਰ ਤੁਹਾਨੂੰ ਬੁਲਾ ਰਿਹਾ। ਸਿੰਗਲ ਚਾਈਲਡ ਐਂਡ ਦ ਮਸ਼ੀਨ। ਆਲ ਰਾਈਟ, ਹੋ ਸਕਦਾ ਉਹ ਵੀ ਟਾਈਮ ਆ ਜਾਏ, ਬਟ ਹਾਲੇ ਆਪਾਂ ਉਹਦੇ ਲਈ ਪ੍ਰੀਪੇਅਰਡ ਨਹੀਂ ਆ। ਹੋ ਸਕਦਾ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉੱਥੇ ਚੱਲ ਰਿਹਾ ਹੋਊਗਾ, ਬਟ ਆਈ ਡੋਂਟ ਥਿੰਕ ਕਿ ਵੀ ਆਰ ਰੈਡੀ ਫॉर दैट। ਇੱਥੇ ਚਾਹੀਦੀ ਹੈ। ਤੁਸੀਂ ਚਲੋ ਗਵਰਨਮੈਂਟ ਵਰਕਿੰਗ ਦੇਖਦੇ ਹੋ, ਬੀਇੰਗ ਇਨ ਦਾ ਡਿਪਾਰਟਮੈਂਟ, ਤੁਹਾਨੂੰ ਸ਼ਾਇਦ ਸਾਡੇ ਤੋਂ ਜਲਦੀ ਪਤਾ ਲੱਗਦਾ ਹੋਵੇਗਾ ਕੀ ਹੈ ਕੁਝ ਆਉਣ ਵਾਲੇ ਟਾਈਮ ਵਿੱਚ ਹੈ ਠੀਕ ਹੋਣਾ ਹੈ। ਆਈ ਮੀਨ ਵੁੱਡ ਦੋਜ਼ ਅਗੇਨ ਆਫਲਾਈਨ ਕਲਾਸਿਸ ਵੀ ਦੇ ਅਵੇਲੇਬਲ? ਨਹੀਂ, ਕੁਝ ਟਾਈਮ ਵਾਸਤੇ ਤਾਂ ਚਲੋ ਵਿੱਚ ਸ਼ੁਰੂ ਹੋਇਆ, ਫਿਰ ਦੁਬਾਰਾ ਰੁਕਣਾ ਪਿਆ, ਲੇਕਿਨ ਕੁਝ ਇੱਕ ਪੈਰਾਮੀਟਰਸ ਦੇ ਨਾਲ, ਕੁਝ ਕੰਡੀਸ਼ਨਸ ਦੇ ਨਾਲ ਅਸੀਂ ਕਰ ਸਕਦੇ ਹਾਂ ਉਸ ਚੀਜ਼ ਨੂੰ ਰੀਸਟਾਰਟ। ਸਟੂਡੈਂਟਸ ਘੱਟ ਹੋ ਸਕਦੇ ਹੈ, ਸੇਫ ਡਿਸਟੈਂਸ ਦਾ ਅਗਰ ਲੈ ਕੇ ਚੱਲੀਏ ਅਗਰ ਕੰਡੀਸ਼ਨ ਨੂੰ। ਇਸੀ ਦੇयर इज ਆਲਵੇਜ਼ ਅ ਟਾਈਮ ਟੂ ਰੀਸਟਾਰਟ, ਰੀਇਨਵੈਂਟ एवरीथिंग, है ना। बट ਉਹ ਕਰਨਾ ਹੀ ਪੈਣਾ, ਆਫਲਾਈਨ ਤਾਂ ਆਉਣਾ ਹੀ ਆਉਣਾ, ਪਰ ਉਹਨੂੰ ਟਾਈਮ ਲੱਗੂਗਾ। ਫਿਰ ਉਹ ਸਟੂਡੈਂਟਸ ਨੂੰ ਲਾਈਨ 'ਚ ਲਿਆਉਂਦੇ, ਕਲਾਸਾਂ 'ਚ ਬਿਠਾਉਂਦੇ, ਟੀਚਰਸ ਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਊਗਾ ਕਿ ਅਸੀਂ ਹੁਣ ਪੜ੍ਹਾਉਣਾ। ਹਾਲੇ ਤੇ ਟੀਚਰਸ ਵੀ ਆਨਲਾਈਨ ਮੋਡ ਤੇ ਹੀ ਹੈ, ਮੈਂਟਲੀ ਵੀ ਤੇ ਫਿਜ਼ੀਕਲੀ ਵੀ। ਕੋਈ ਸੀਰੀਅਸਲੀ ਲੈ ਨਹੀਂ ਰਿਹਾ ਇਹਨੂੰ। ਮੈਂ ਮੈਜੋਰਿਟੀ ਦੀ ਗੱਲ ਕਰ ਰਹੀ ਹਾਂ, ਹੋ ਸਕਦਾ ਵਿੱਚ ਐਕਸੈਪਸ਼ਨਸ ਹੋਣ, ਹੋ ਸਕਦਾ ਬਹੁਤ ਕਮਿਟਡ ਵੀ ਹੋਣ, ਮੈਂ ਹਾਲੇ ਦੇਖੇ ਨਹੀਂ। ਕਮਿਟਡ ਦੋਨੋਂ ਚੀਜ਼ਾਂ ਨੇ, ਫਿਰ ਟੀਚਰਸ ਕਮਿਟਡ ਹਨ ਤੇ ਫਿਰ ਅਗਰ ਸਟੂਡੈਂਟ ਵੀ ਐਕਸੈਪਟ ਕਰ ਰਿਹਾ ਜੋ ਉਹ ਵੀ ਕਮਿਟਡ ਹੋਵੇ। ਮਤਲਬ ਮੇਰੇ ਨੋਟਿਸ 'ਚ ਨਹੀਂ ਹੈ ਹਾਲੇ, ਮੈਂ ਨਹੀਂ ਦੇਖੇ, ਹੈ ਨਾ। ਮਿਹਨਤ ਕਰਵਾ ਰਹੇ ਹੋਣਗੇ, ਬਟ ਹਾਂ ਉਹਦੇ 'ਚ ਇੱਕ ਇਹ ਵੀ ਹੈਗਾ ਕਿ ਟੀਚਰਸ ਜਿਹੜੇ ਮਿਹਨਤ ਕਰਵਾ ਰਹੇ ਨੇ ਨਾ, ਉਹ ਕਹਿੰਦੇ ਕਿ ਇਹ ਜ਼ਿਆਦਾ ਐਗਜ਼ੌਸਟਿਵ ਹੈ ਜਿਹੜਾ ਆਨਲਾਈਨ ਮੋਡ ਹੈ, ਕਿਉਂਕਿ ਬੱਚੇ ਉਦੋਂ ਤਾਂ ਕਲਾਸ 'ਚ ਤਾਂ ਚੱਲਦੀ ਹੋਵੇ ਤੇ ਨਾਲੋਂ ਨਾਲ ਤੁਸੀਂ ਸੋਲਿਊਸ਼ਨ, ਕਹਿੰਦੇ ਜੀ ਉਹ ਸਾਰੀ ਦਿਨ ਉਹ ਕੁਐਸਚਨਸ ਭੇਜਦੇ ਰਹਿੰਦੇ, ਜਿਹੜੇ ਪੜ੍ਹਦੇ ਨੇ ਇੱਕ ਦੋ ਬੱਚੇ ਸਾਰਾ ਦਿਨ ਭੇਜਦੇ ਰਹਿੰਦੇ ਨੇ ਕਿ ਹੁਣ ਇਹਦਾ ਕੀ ਹੈ। ਮਤਲਬ ਹੁਣ ਨਾ ਟੀਚਰ ਨੂੰ ਆਪਣੇ ਲਈ ਟਾਈਮ ਮਿਲ ਰਿਹਾ, ਨਾ ਬੱਚਿਆਂ ਨੂੰ ਆਪਣੇ ਟਾਈਮ ਮਿਲ ਰਿਹਾ ਜਿਹੜੇ ਪੜ੍ਹਾ ਰਹੇ ਨੇ, ਵਾਕਈ ਪੜ੍ਹਾ ਰਹੇ ਨੇ। ਸੋ ਹੋ ਸਕਦਾ ਪੜ੍ਹਾ ਰਹੇ ਹੋਣ, 4-5% ਪੜ੍ਹਾ ਰਹੇ ਹੋਣ, ਮੈਨੂੰ ਨਹੀਂ ਪਤਾ। ਅੱਛਾ, ਨੈਕਸਟ ਅਸੀਂ ਯੂਥ ਵਾਸਤੇ ਥੋੜ੍ਹਾ ਡਿਸਕਸ ਕਰਨਾ ਚਾਹਾਂਗੇ ਕਿ ਇੱਕ ਤਾਂ ਯੂਥ ਵਿੱਚ ਫਰਸਟ੍ਰੇਸ਼ਨ ਹੈ ਕੋਵਿਡ ਨੂੰ ਲੈ ਕੇ, ਜਾਂ ਆਪਣੀ ਐਕਟੀਵਿਟੀਜ਼ ਸਾਰੀਆਂ ਹੀ ਰੁਕੀਆਂ ਹੋਈਆਂ ਨੇ, ਅਤੇ ਫਰਸਟ੍ਰੇਸ਼ਨ ਆਪਣੀ ਉਹਨਾਂ ਦੀ ਔਰ ਐਜੂਕੇਸ਼ਨ ਨੂੰ ਕਿ ਉਹ ਸੰਭਾਲ ਪਾ ਰਹੇ ਨੇ, ਜਾਂ ਕੋਈ ਸੁਜੈਸ਼ਨ ਉਹਨਾਂ ਵਾਸਤੇ ਕਿ ਕਿਸ ਤਰ੍ਹਾਂ ਉਹ ਮੈਨੇਜ ਕਰਨ। ਕਿਉਂਕਿ ਤਕਰੀਬਨ ਜੇ ਅਗਰ ਆਫਲਾਈਨ ਆਨਲਾਈਨ ਦੀ ਗੱਲ ਅਗਰ ਅਸੀਂ ਕਰ ਰਹੇ ਹਾਂ ਕੰਪੈਰੀਜ਼ਨ, ਤੇ ਫਿਰ ਆਨਲਾਈਨ ਦੇ ਵਿੱਚ ਤਾਂ ਉਹਨਾਂ ਕੋਲ ਟਾਈਮ ਹੀ ਟਾਈਮ ਹੈਗਾ ਹੈ, ਕਿਸੇ ਵੀ ਵੇਲੇ ਉਹ ਕੁਝ ਵੀ ਆਪਣੇ ਡਿਸੀਜਨਸ ਲੈ ਸਕਦੇ ਹੈ। ਅਤੇ ਐਜੂਕੇਸ਼ਨ ਨੂੰ ਜੋ ਫਰਸਟ੍ਰੇਸ਼ਨ ਦੇ ਨਾਲ ਇਸ ਵੇਲੇ ਚੱਲਦੀ ਪਈ ਹੈ, ਉਹਦੇ ਵਾਸਤੇ ਕੀ ਸੁਜੈਸ਼ਨ ਦਿਓਗੇ ਤੁਸੀਂ? ਸੁਸਾਇਟੀ ਜਿਹੜੀ ਹੈ ਨਾ, ਉਹ ਇੱਕ ਇਕੱਲੇ ਬੰਦੇ ਨਾਲ, ਨੋ ਮੈਨ ਇਜ਼ ਐਨ ਆਈਲੈਂਡ, ਹੈ ਨਾ। ਇੱਕ ਇਕੱਠ ਹੈ, ਤੇ ਇਕੱਠ ਨੂੰ ਹੀ ਇੱਕ ਦੂਜੇ ਦੇ ਭਲੇ ਬਾਰੇ ਸੋਚਣਾ ਚਾਹੂਗਾ, ਹੈ ਨਾ। ਅਗਰ ਕੋਈ ਕਹੇ ਕਿ ਮੈਂ ਬਹੁਤ ਇਹਦੇ 'ਚੋਂ ਵਧੀਆ ਨਿਕਲ ਆਇਆ, ਬਾਕੀਆਂ ਦਾ ਮੈਨੂੰ ਕੀ, ਉਂਝ ਨਹੀਂ। ਸੁਸਾਇਟੀ ਉਹ ਨਹੀਂ ਬਣਦੀ, ਉਹ ਪਰਿਵਾਰ ਵਾਂਗੂ ਹੀ ਹੈ ਕਿ ਪਰਿਵਾਰ 'ਚ ਇੱਕ ਬੰਦਾ ਕਹੇ ਮੈਂ ਤਾਂ ਬਹੁਤ ਤਰੱਕੀ ਕਰ ਲਈ, ਬਾਕੀਆਂ ਦਾ ਮੈਨੂੰ ਕੋਈ ਕੰਸਰਨ ਨਹੀਂ ਹੈ। ਦੈਟ ਇਜ਼ ਨਾਟ ਲਾਈਫ। ਯੂਥ ਨੂੰ ਫਰਸਟ੍ਰੇਸ਼ਨਸ ਹੈਗੀਆਂ, ਪਰ ਫਿਰ ਮੈਂ ਕਹੂੰਗੀ ਕਿ ਆਪਾਂ ਜ਼ਿੰਮੇਵਾਰ ਹਾਂ। ਆਪਾਂ ਉਹਨਾਂ ਨੂੰ ਨਾ ਮਿਹਨਤ ਦੀ ਆਦਤ ਪਾਈ ਹੈ, ਨਾ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਹੈ, ਨਾ ਉਹਨਾਂ ਨੂੰ ਕਿਸੇ ਚੰਗੇ ਕਨਸੈਪਟਸ ਦੇ ਨਾਲ ਜੋੜਨ ਦੀ ਆਦਤ ਪਾਈ ਹੈ। ਹਾਂ, ਉਹਨਾਂ ਨੂੰ ਇਹ ਜ਼ਰੂਰ ਦੱਸਦਾ, ਮੈਂ ਕਲਾਸ 'ਚ ਬੱਚਿਆਂ ਨੂੰ ਪੁੱਛਣਾ ਕਿ ਵੱਡੇ ਹੋ ਕੇ ਅੱਗੋਂ ਤੁਸੀਂ ਕੈਰੀਅਰ ਕੀ ਕਰਨਾ? ਮੈਮ ਸਕਸੈਸਫੁਲ ਹੋਣਾ, ਮੈਂ ਬਹੁਤ ਪੈਸਾ ਕਮਾਉਣਾ। ਦਿਸ ਇਜ਼ ਵਾਟ ਵੀ ਆਰ ਟੀਚਿੰਗ ਆਰ ਸਟੂਡੈਂਟਸ। ਜਦੋਂ ਪੈਸਾ ਸਭ ਨੂੰ ਤਾਂ ਮਿਲਣਾ ਨਹੀਂ ਹੁੰਦਾ, ਤੇ ਉਹ ਕੀ ਕ੍ਰੀਏਟ ਕਰੂਗਾ? ਫਰਸਟ੍ਰੇਸ਼ਨਸ ਕਰੂਗਾ। ਜੇ ਆਪਾਂ ਹਰ ਇੱਕ ਨੂੰ ਇਹ ਸਿਖਾਉਂਦੇ ਤੂੰ ਸਕਸੈਸਫੁਲ ਹੋਣਾ, ਮੈਂ ਨਾਮ ਰੋਸ਼ਨ ਕਰਨਾ, ਮੈਂ ਆਪਣੇ ਪਾਪਾ ਲਈ ਕਰਨਾ, ਮੈਂ ਆਪਣੀ ਮੰਮਾ ਲਈ ਕਰਨਾ, ਉਹ ਫਰਸਟ੍ਰੇਸ਼ਨਸ ਕ੍ਰੀਏਟ ਕਰੂਗਾ, ਹੈ ਨਾ। ਉਹ ਕੌਨਫਲਿਕਟ ਜਿਹਾ ਚੱਲਦਾ ਰਹਿੰਦਾ, ਜਦੋਂ ਕਿ ਬੱਚੇ ਨੂੰ ਕਹਿਣਾ ਇਹ ਚਾਹੀਦਾ ਕਿ ਤੂੰ ਜ਼ਿੰਦਗੀ ਨੂੰ ਜਿਵੇਂ ਆ ਰਹੀ ਹੈ ਇਹਨੂੰ ਲੈ, ਮਿਹਨਤ ਕਰ, ਆਪਣਾ ਨੀਅਤ ਠੀਕ ਰੱਖ,
ਸਾਰਿਆਂ ਦਾ ਭਲਾ ਲੈ ਕੇ ਹੀ ਸੋਚੋ। ਨਹੀਂ ਤੇ ਵੈਸੇ ਤੇ ਪੰਜਾਬੀਆਂ ਦਾ ਤੇ ਇੱਕ ਪੱਕਾ ਬੀ ਪੋਜ਼ਿਟਿਵ ਦਾ ਐਟੀਟਿਊਡ ਹੈਗਾ, ਚੜ੍ਹਦੀ ਕਲਾ ਸਰਬੱਤ ਦਾ ਭਲਾ, ਹੈ ਨਾ, ਉਹਨੂੰ ਹੀ ਲੈ ਕੇ ਚੱਲਦੇ ਰਹੀਏ ਤੇ ਇੰਨੀ ਫਰਸਟ੍ਰੇਸ਼ਨ ਨਹੀਂ ਹੋਊਗੀ। ਹਾਂ, ਬਾਕੀ ਉਹ ਜਿਹੜੇ ਫਿਜ਼ੀਕਲ ਉਹਨਾਂ ਦੇ 'ਚ ਹੈਗੀ ਉਹੋ ਜਿਹੀ ਸੋਚ, ਉਹ ਤੇ ਨਹੀਂ ਜਾ ਸਕਦੀ, ਪਰ ਸਮਾਜ ਵੱਲੋਂ, ਘਰਦਿਆਂ ਵੱਲੋਂ ਯੂਥ 'ਤੇ ਪ੍ਰੈਸ਼ਰ ਵੀ ਬਹੁਤ ਹੈ ਕਿਉਂਕਿ ਉਹਨਾਂ ਦੇ ਪੈਰਾਮੀਟਰਸ ਹੀ ਅਲੱਗ ਨੇ, ਸਕਸੈਸ ਦੇ, ਪੈਸੇ ਦੇ, ਈਗੋ ਦੇ, ਉਹਦੇ ਨਾਲ ਕਈ ਕੁਝ ਜੁੜਿਆ ਹੁੰਦਾ, ਦੂਜੇ ਨੂੰ ਨੀਵਾਂ ਵਿਖਾਉਣ ਦੇ, ਆਪਣੇ ਆਪ ਨੂੰ ਉੱਚਾ ਸਮਝਣ ਦੇ, ਇਹ ਸਾਰਾ ਖਤਮ ਕਰਨਾ ਪਊਗਾ, ਹੈ ਨਾ। ਇੱਕ ਬੜੇ ਤਰੀਕੇ ਦੇ ਨਾਲ ਚੰਗੇ, ਜਿਵੇਂ ਜੈਪਨੀਜ਼ ਦੇਖੋ ਨਾ, ਉਹਨਾਂ ਦੀਆਂ ਕਿ ਉਹ ਕੀ ਕਰਦੇ ਨੇ ਸਕੂਲਾਂ 'ਚ, ਦੇ ਮੇਕ ਯੂ ਹੰਬਲ, ਦੇ ਗਰਾਊਂਡ ਯੂ, that is what is required। ਇੱਥੇ ਪੰਜਾਬ 'ਚ ਹਾਲ ਇਹ ਹੈ ਬੱਚਿਆਂ ਦਾ ਕਿ ਮੋਟਰਸਾਈਕਲ ਹੋਵੇ ਮੁੰਡਿਆਂ ਕੋਲ, ਕਾਈ ਨਹੀਂ ਹੋਵੇ ਕੁੜੀਆਂ ਕੋਲ, ਤੇ ਉੜਦੇ ਜਾਓ ਇੱਧਰ ਉੱਧਰ, that is the parameter of being known, that should not be the parameter of being known। ਤੁਸੀਂ ਆਪਣਾ ਲਾਈਫ ਜੀਓ, ਇਹੋ ਜਿਹੀਆਂ ਗੱਲਾਂ 'ਚ ਨਾ ਪਾਓ। ਮੈਂ ਉਹ ਇੱਕ ਹੋਰ ਮੈਰੀ ਕਿਊਰੀ ਦੀ ਗੱਲ ਕਰ ਰਹੀ ਸੀ ਉਸ ਦਿਨ, ਬੱਚਿਆਂ ਨੂੰ ਵੀ ਦੱਸ ਰਹੀ ਸੀ ਕਿ ਮੈਰੀ ਕਿਊਰੀ ਇੱਕ ਦਿਨ ਆਪਣੇ ਘਰ ਆ ਕੇ ਪੌੜੀਆਂ 'ਚ ਬਾਹਰ ਬੈਠ ਗਈ, ਉਹ ਜਰਨਲਿਸਟ ਨੂੰ ਮਿਲਦੀ ਨਹੀਂ ਸੀ ਹੁੰਦੀ। ਹਾਂ, ਇੱਥੇ ਮੈਂ ਵੀ ਕਹੂੰਗੀ ਕਿ ਮੀਡੀਆ ਦਾ ਬੜਾ ਵੱਡਾ ਰੋਲ ਹੈ ਕਿ ਆਪਾਂ ਯੂਥ ਨੂੰ ਕਿੱਧਰ ਲੈ ਕੇ ਜਾਣਾ, ਕਿਉਂਕਿ ਦੇਖਦੇ ਆ ਮੀਡੀਆ ਦੇ ਨਾਲ ਬਹੁਤ ਅਟੈਚਡ ਨੇ। ਉਹ ਬੈਠੀ ਸੀ ਆਪਣੀਆਂ ਸੀੜੀਆਂ ਦੇ ਵਿੱਚ ਤੇ ਜਰਨਲਿਸਟ ਉਹਦੇ ਦੇਖਦੇ ਰਹਿੰਦੇ ਸੀ ਕਿ ਕਦੋਂ ਬਾਹਰ ਆਏ ਤੇ ਇਹਨੂੰ ਮਿਲਿਆ ਜਾਏ। ਬਟ ਉਹ ਜਿਹੜੀ ਲੇਡੀ ਆਈ ਉਹਨੂੰ ਨਹੀਂ ਸੀ ਪਤਾ ਕਿ ਸ਼ੀ ਇਜ਼ ਮੈਰੀ ਕਿਊਰੀ, ਉਹਨੇ ਸੋਚਿਆ ਮੇਡ ਹੈ। ਉਹਨੂੰ ਆ ਕੇ ਕਹਿੰਦੀ ਕਿ ਤੂੰ ਮੈਡਮ ਦੇ ਘਰ ਕੰਮ ਕਰਦੀ ਆ? ਕਹਿੰਦੀ ਹਾਂ। ਮੈਡਮ ਕੀ ਖਾਂਦੀ ਹੈ, ਕੀ ਪੀਂਦੀ ਹੈ, ਕਿਵੇਂ ਕਰਦੀ ਹੈ, ਕੀ ਪੜ੍ਹਦੀ ਹੈ, ਦੋਵੇਂ ਕੀ ਕਰਦੇ ਰਹਿੰਦੇ ਨੇ? ਉਹਨੂੰ 2 ਮਿਲੇ ਸੀ ਨੋਬਲ ਪ੍ਰਾਈਜ਼, ਉਹਦੀ ਬੇਟੀ ਨੂੰ ਵੀ ਅੱਗੋਂ ਮਿਲਿਆ ਸੀਗਾ ਨੋਬਲ ਪ੍ਰਾਈਜ਼। ਫਿਰ ਜਦੋਂ ਅੰਦਰ ਜਾਣ ਲੱਗੀ ਕਹਿੰਦੀ ਤੇਰੀਆਂ ਗੱਲਾਂ ਖਤਮ ਹੋ ਗਈਆਂ, ਮੈਂ ਤੈਨੂੰ ਸਿਰਫ ਇਹ ਕਹੂੰਗੀ ਕਿ ਤੂੰ ਇਹੋ ਜਿਹੀਆਂ ਗੱਲਾਂ 'ਚ ਜੋ ਪੋਕ ਕਰਦੀ ਪਈ ਹੈ, ਮੈਂ ਕੀ ਖਾਂਦੀ ਹਾਂ, ਕੀ ਪਾਉਂਦੀ ਹਾਂ, ਜਾਂ ਤੇਰੀ ਮੈਡਮ ਕੀ ਕਰਦੀ ਹੈ, ਇਹੀ ਜੇ ਤੂੰ ਕੋਈ ਇਨੋਵੇਸ਼ਨ ਸੋਚੀ ਹੋਏ, ਕੋਈ ਚੰਗੇ ਆਈਡੀਆਜ਼ ਦਿਮਾਗ 'ਚ ਲਿਆ ਕੇ ਸੋਚੇ ਤੇ ਸਮਾਜ ਬਦਲ ਨਾ ਜਾਏ। ਸੋ ਸਾਰਿਆਂ ਨੇ ਮੈਰੀ ਕਿਊਰੀ ਨਹੀਂ ਬਣਨਾ, ਵੈਰਾਈਟੀ ਤਾਂ ਰਹਿਣੀ ਹੈ, ਪਰ ਥੋੜ੍ਹਾ ਜਿਹਾ ਤੇ ਆਪਣੇ ਆਪ ਨੂੰ ਸੰਭਾਲਣ, ਪੈਰੈਂਟਸ ਵੀ ਤੇ ਟੀਚਰਸ ਵੀ ਤੇ ਹਰ ਸਮਾਜ ਦਾ ਇੱਕ ਜਿਹੜਾ ਵੀ ਬੰਦਾ ਉਹ ਸੰਭਾਲੇ ਕਿ ਆਪਾਂ ਯੂਥ ਨੂੰ ਅੱਗੇ ਕਿਵੇਂ ਤੋਰਨਾ। ਐਜੂਕੇਸ਼ਨ ਡਿਪਾਰਟਮੈਂਟ ਵੀ ਚਲੋ ਕਾਫੀ ਗਰਲ ਐਜੂਕੇਸ਼ਨ ਦੇ ਉੱਤੇ ਸਟ੍ਰੈਸ ਕਰ ਰਿਹਾ ਹੈ, ਐਮਫੈਸਿਸ ਵੀ ਕਰ ਰਹੇ ਨੇ, ਕਾਫੀ ਉਹਨਾਂ ਦੀ ਪਾਲਿਸੀਜ਼ ਵੀ ਆਉਂਦੀਆਂ ਨੇ ਗਰਲ ਐਜੂਕੇਸ਼ਨ ਦੇ ਉੱਤੇ। ਤੁਹਾਡਾ ਗਰਲਸ ਦੇ ਨਾਲ ਹੀ ਤਕਰੀਬਨ 40 ਸਾਲ ਦਾ ਇੱਕ ਪੀਰੀਅਡ ਹੈ, ਯੂ ਟੌਟ ਅ ਲੋਟ, 40 ਸਾਲ ਤੋਂ ਤੁਸੀਂ ਪੜ੍ਹਾਇਆ ਬੱਚਿਆਂ ਨੂੰ। ਸੋ ਤੁਸੀਂ ਕੀ ਫੀਲ ਕੀਤਾ ਬੱਚਿਆਂ ਇੰਟਰਸਟ ਉਹਨਾਂ ਦਾ ਪੜ੍ਹਾਈ ਵੱਲ ਜਾਂ ਡੈਡੀਕੇਸ਼ਨ ਟੂਵਰਡਸ ਐਜੂਕੇਸ਼ਨ, ਤੁਸੀਂ ਕਿੰਨਾ ਫੀਲ ਕੀਤਾ, ਔਰ ਫਰਦਰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਸੋਸਾਇਟੀ ਵਿੱਚ ਉਹ ਕੁੜੀਆਂ ਨੂੰ ਜਿਹੜੀਆਂ ਕਿ ਪੜ੍ਹ ਰਹੀਆਂ ਨੇ ਜਾਂ ਪੜ੍ਹਨੀਆਂ ਚਾਹ ਰਹੀਆਂ ਨੇ, ਉਹ ਪੇਰੈਂਟਸ ਜੋ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ, ਔਰ ਕੁਝ ਟੀਚਰਸ ਜੋ ਕਿ ਕੰਪੈਰੀਜ਼ਨ ਨਾ ਕਰਨ ਗਰਲਸ ਐਂਡ ਬॉयਜ਼ ਦੇ ਵਿੱਚ, ਇੱਕ ਪ੍ਰੋਮਪਟ ਮੈਸੇਜ ਕੀ ਹੋਏਗਾ ਸਾਰਿਆਂ ਵਾਸਤੇ? ਪ੍ਰੋਮਪਟ ਮੈਸੇਜ ਇਹ ਆ ਕਿ ਮੈਨੂੰ ਲੱਗਦਾ ਹੁੰਦਾ, ਦਿਸ ਇਜ਼ ਮਾਈ ਪਰਸਨਲ ਐਕਸਪੀਰੀਅੰਸ, ਕਿ ਮੁੰਡਿਆਂ ਨੂੰ ਪੜ੍ਹਾਈ ਤੋਂ ਦੂਰ ਕਰਨ ਲਈ ਵੀ ਆਪਾਂ ਜ਼ਿੰਮੇਵਾਰ ਹਾਂ। ਕੋਈ ਗੱਲ ਨਹੀਂ, ਕਰ ਲੇਗਾ। ਤੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਜੋੜਨ ਲਈ ਵੀ ਆਪਾਂ ਜ਼ਿੰਮੇਵਾਰ ਹਾਂ, ਪਰ ਉਹਨਾਂ ਨੂੰ ਅੱਗੋਂ ਹਾਇਰ ਐਜੂਕੇਸ਼ਨ 'ਚ ਭੇਜਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਨੌਕਰੀ ਜਿਹੜੀ ਹੈ ਨਾ, ਫਾਈਨੈਂਸ਼ੀਅਲ ਇੰਡੀਪੈਂਡੈਂਸ ਜਿਹੜੀ ਹੈ ਨਾ, ਉਹ ਔਰਤ ਲਈ ਬਹੁਤ ਜ਼ਰੂਰੀ ਹੈ ਨਾ। ਉਹ ਠੀਕ ਹੈ, ਯੂ ਆਰ ਹੈਪੀ, ਯੋਰ ਹਸਬੈਂਡ ਇਜ਼ ਅਰਨਿੰਗ, ਬਟ ਵਾਟ ਯੂ ਆਰ ਅਰਨਿੰਗ is very rewarding, that gives a sense of fulfillment। ਔਰ ਉਹਦੇ ਇਹ ਨਹੀਂ ਮੈਟਰ ਹੁੰਦਾ ਕਿ ਕਿੰਨੇ ਪੈਸੇ ਕਮਾ ਰਹੇ ਹੋ, ਪਰ ਤੁਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹਰ ਕੁੜੀ ਲਈ ਬਹੁਤ ਜ਼ਰੂਰੀ ਹੈ। ਔਰ ਇੱਥੇ ਫਾਦਰ ਤੋਂ ਜ਼ਿਆਦਾ ਮਾਂ ਦਾ ਰੋਲ ਹੈ ਨਾ। ਮਾਵਾਂ ਨੂੰ ਚਾਹੀਦਾ ਕਿ ਆਪਣੀਆਂ ਕੁੜੀਆਂ ਨੂੰ, ਉਹਨਾਂ ਦੇ ਕੌਨਫੀਡੈਂਸ ਨੂੰ ਵਧਾਉਣ, ਹਰ ਵੇਲੇ ਇਹ ਨਾ ਕਹਿੰਦੇ ਰਹਿਣ। ਪੰਜਾਬ 'ਚ ਬਹੁਤ ਹੈ, ਕਿਉਂਕਿ ਮੈਂ ਕਲਾਸ 'ਚ ਪੁੱਛਣਾ, ਬੱਚਿਓ ਤੁਹਾਨੂੰ ਕੋਈ ਇਹੋ ਜਿਹੀ ਡਿਸਪੈਰਿਟੀ ਲੱਗਦੀ? ਹੁਣ ਕੁੜੀਆਂ ਤਕਰੀਬਨ 100%, ਕੀ ਹੋਇਆ ਮੈਮ, ਬ੍ਰਦਰ ਨੂੰ ਗਲਾਸ ਭਰ ਕੇ ਦੁੱਧ ਦਾ ਮਿਲ ਜਾਂਦਾ, ਮੈਨੂੰ ਨਹੀਂ, ਹੈ ਨਾ। ਮੈਂ ਘਰ ਜਾਂਦੀ ਤੇ ਮੈਨੂੰ ਕਹਿੰਦੀ ਮਾਂ ਪਾਣੀ ਵੀ ਪੀ ਲੈ ਤੇ ਰੋਟੀ ਵੀ ਆਪ ਵੀ ਖਾ ਲਾ ਤੇ ਭਰਾ ਨੂੰ ਵੀ ਦੇ ਦੇ, ਜਾਂ ਮੇਰੇ ਲਈ ਚਾਹ ਬਣਾ ਲਿਆ। ਮੈਮ ਅਸੀਂ ਇਹੀ ਕੰਮਾਂ ਲਈ ਰਹਿ ਗਏ। ਮੈਂ ਕਿਹਾ ਹਾਂ, ਅਸੀਂ ਇਹ ਵੀ ਕੰਮ ਕਰਨੇ ਆ, ਪਰ ਨਾਲ ਨਾਲ ਪੜ੍ਹਾਈ ਕਰਨੀ ਹੈ। ਦੈਟ ਇਜ਼ ਵਾਟ ਇਜ਼ ਐਮਪਾਵਰਿੰਗ ਅਸ।
है ना, बजाए इसे कि ਆਪਾਂ ਇਹਨਾਂ ਕੌਨਫਲਿਕਟਾਂ 'ਚ ਪੈ ਰਹੀਏ। ਤੇਰੇ 'ਚ ਜ਼ਿਆਦਾ ਸ਼ਕਤੀ ਹੈ ਕਿ ਤੂੰ ਚਾਹ ਵੀ ਬਣਾ ਸਕਦੀ ਹੈ, ਤੂੰ ਖਾਣਾ ਵੀ ਆਪੇ ਖਾ ਸਕਦੀ ਹੈ, ਤੂੰ ਕਮਾ ਵੀ ਸਕਦੀ ਹੈ, ਕੱਲ੍ਹ ਨੂੰ ਤੂੰ ਸਾਰੇ ਕੰਮ ਕਰ ਸਕਦੀ ਹੈ। ਯੂ ਆਰ ਮੋਰ ਪਾਵਰਫੁਲ। ਸੋ ਹੌਲੀ ਹੌਲੀ ਉਹਨਾਂ ਦੀ ਮਾਈਂਡ ਸੈੱਟ, ਉਹਨਾਂ ਦੀਆਂ ਮਦਰਸ ਦੀ ਮਾਈਂਡ ਸੈੱਟ ਨੂੰ ਚੇਂਜ ਕਰਨਾ ਪਊਗਾ। ਇੱਕ ਜਿਹੜਾ ਕਈ ਵਾਰੀ ਘਰ ਦੇ ਕਹਿ ਦਿੰਦੇ ਨਾ ਵੀ ਇਹਨੂੰ ਪੜ੍ਹਾ ਕੇ ਕੀ ਫਾਇਦਾ, ਇਹਨੇ ਵਿਆਹ ਕਰ ਲੈਣਾ, ਇਹਨੇ ਕਮਾ ਕੇ ਨਹੀਂ ਦੇਣਾ, ਤੇ ਮੁੰਡੇ ਕਿਹੜੇ ਕਮਾ ਕੇ ਦੇਣ ਡਏ? ਜੇ ਮੁੰਡੇ ਕਮਾ ਕੇ ਦੇ ਰਹੇ ਹੋਣ ਤੇ ਸਮਾਜ ਦੀ ਹਾਲਤ ਕੁਝ ਹੋਰ ਹੋਏ। ਅਗਰ ਉਹ ਮਾਂ-ਬਾਪ ਨੂੰ ਦੇਖ ਰਹੇ ਹੋਣ ਤੇ ਸਮਾਜ ਦੀ ਹਾਲਤ ਕੁਝ, ਕਰਦੇ ਤਾਂ ਦੋਨੋਂ ਨਹੀਂ ਹੈ, ਤਕਰੀਬਨ ਦੋਵਾਂ ਦੇ ਮੁੰਡੇ ਕੁੜੀਆਂ ਸਾਰੇ ਬਾਹਰ ਨੇ। ਸੋ ਇਹੋ ਜਿਹੀਆਂ ਗੱਲਾਂ 'ਚੋਂ ਨਿਕਲਣ, ਦੋਵਾਂ ਨੂੰ ਐਜ਼ ਅ ਹਿਊਮਨ ਬੀਇੰਗਸ ਦੇਖਣ, ਟਰੀਟ ਕਰਨ, ਤੇ ਹਰ ਇੱਕ ਨੂੰ ਪੜ੍ਹਨ ਦਾ ਰਾਈਟ ਜ਼ਰੂਰ ਦੇ ਦੇਣ। ਦੈਟ ਇਜ਼ ਮਾਈ ਵਿਸ਼, ਸਪੈਸ਼ਲੀ ਫॉर ਪੰਜਾਬੀਜ਼, ਕਿਉਂਕਿ ਬਾਕੀਆਂ ਸਟੇਟਸ ਦਾ ਮਾੜਾ ਹਾਲ ਨਹੀਂ ਹੈ, ਇੱਥੇ ਜ਼ਿਆਦਾ ਮਾੜਾ ਹਾਲ। ਆਪਣੀ ਸਿੰਸੀਅਰਿਟੀ ਨੂੰ ਕਾਇਮ ਰੱਖੋ ਤੇ ਟਰੂ ਸਿੱਖ ਬਣੋ। ਸਿੱਖ ਮਤਲਬ ਟਰੂ ਲਰਨਰ ਬਣੋ, ਜ਼ਿੰਦਗੀ ਨੂੰ ਇੰਜੋਏ ਕਰੋ। ਦਿਸ ਇਜ਼ ਵਾਟ ਆਈ। ਵੈਲ ਮੈਮ, ਥੈਂਕ ਯੂ ਸੋ ਮਚ, ਤੁਸੀਂ ਟਾਈਮ ਕੱਢ ਕੇ ਸਟੂਡੀਓ ਆਏ ਔਰ ਬਹੁਤ ਅੱਛਾ ਮੈਸੇਜ ਸੋਸਾਇਟੀ ਨੂੰ ਮਿਲਿਆ ਤੁਹਾਡੇ ਥਰੂ। ਬੜੀ ਫਰੈਂਕ ਗੱਲਾਂ ਵੀ ਤੁਸੀਂ ਕੀਤੀਆਂ, ਜੋ ਸਹੀ ਨੇ ਉਹ ਸਹੀ ਨੇ, ਜੋ ਗਲਤ ਨੇ ਉਹਨਾਂ ਨੂੰ ਗਲਤ ਵੀ ਕਿਹਾ ਤੁਸੀਂ। ਇਟਸ ਅ ਪ੍ਰਿਵਿਲੇਜ। ਸੋ ਥੈਂਕ ਯੂ ਅਗੇਨ, ਵਾਂਸ ਅਗੇਨ ਫॉर ਕਮਿੰਗ ਹੇਅਰ। ਐਸ ਐਨ ਡਾਕਟਰ ਮਨਪ੍ਰੀਤ ਸਾਡੇ ਨਾਲ, ਔਰ ਬਹੁਤ ਅੱਛਾ ਮੈਸੇਜ ਇਹਨਾਂ ਨੇ ਐਜੂਕੇਸ਼ਨ ਨੂੰ ਲੈ ਕੇ ਦਿੱਤਾ, ਜਿਹਦੇ ਵਿੱਚ ਕਿ ਗਰਲ ਐਜੂਕੇਸ਼ਨ ਨੂੰ ਵੀ ਪ੍ਰੋਪਰ ਤਰੀਕੇ ਨਾਲ ਐਮਫੈਸਿਸ ਕੀਤਾ ਇਹਨਾਂ ਨੇ। ਫॉर ਦ ਨੈਕਸਟ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਹਸਤੀ ਸਾਡੇ ਨਾਲ ਹੋਣਗੇ। ਤਦ ਤੱਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।